ਸ਼ਲੋਕ ਮਹੱਲਾ ਦੂਜਾ। ਹਉਮੈ ਏਹਾ ਜਾਤ ਹੈ, ਹਉਮੈ ਕਰਮ ਕਮਾਹੇ। ਹਉਮੈ ਏਹੀ ਬੰਧਨਾ, ਫਿਰ ਜੋਨੀ ਪਾਹੇ। ਹਉਮੈ ਕਿੱਥੋਂ ਉਪਜੈ, ਕਿਤ ਸੰਜਮ ਇਹ ਜਾਏ। ਹਉਮੈ ਇਹੋ ਹੁਕਮ ਹੈ, ਪਇਐ ਕਿਰਤ ਫਿਰਾਹੇ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਏਸ ਮਾਹੇ। ਕਿਰਪਾ ਕਰੇ ਜੇ ਆਪਣੇ, ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹੈ ਸੁਣਹੁ ਜਨੋ, ਕਿਤ ਸੰਜਮ ਦੁਖ ਜਾਏ। ਨਾਨਕ ਕਹੈ ਸੁਣਹੁ ਜਨੋ, ਇਤ ਸੰਜਮ ਦੁਖ ਜਾਏ। ਇਹ ਦੂਸਰੇ ਸ਼ਬਦ ਦੇ ਵਿੱਚ ਉਹ ਪਹਿਲੀ ਗੱਲ ਨੂੰ ਹੀ ਹੋਰ ਸਪਸ਼ਟ ਕੀਤਾ ਗਿਆ ਹੈ, ਜੋ ਪਿਛਲੇ ਸ਼ਬਦ ਦੇ ਵਿੱਚ ਸੀ ਨਾ, ਵੀ ਹਉ ਵਿੱਚ ਆਇਆ ਹਉ ਵਿੱਚ ਗਿਆ। ਤੇ ਇੱਥੇ ਇਹ ਵੀ ਕਿਹਾ ਗਿਆ ਹੈ ਵੀ ਹਉਮੈ ਕਿੱਥੋਂ ਉਪਜੈ, ਕਿਤ ਸੰਜਮ ਦੁਖ ਜਾਏ। ਵੀ ਕਿੱਥੋਂ ਪੈਦਾ ਹੁੰਦੀ ਹੈ ਤੇ ਕਿਹੜੇ ਸੰਜਮ ਕਰਕੇ ਇਹ ਦੁੱਖ ਜਿਹੜਾ ਹਉਮੈ ਦਾ ਇਹ ਜਾ ਸਕਦਾ ਹੈ। ਇਹ ਵੀ ਇੱਕ ਸਵਾਲ ਹੈ। ਹਉਮੈ ਇਹੋ ਹੁਕਮ ਹੈ, ਪਏ ਕਿਰਤ ਫਿਰਾਹੇ। ਪਿੱਛੇ ਕਿਹਾ ਸੀ ਨਾ ਵੀ ਹਉਮੈ ਬੂਝੈ ਤਾਂ ਦਰ ਸੂਝੈ। ਵੀ ਹਉਮੈ ਨੂੰ ਜਿਹੜਾ ਬੁੱਝ ਲਵੇ, ਉਹਨੂੰ ਦਰ ਜਿਹੜਾ ਹੈ ਨਾ ਪਰਮਾਤਮਾ ਦਾ ਸੁੱਝ ਜਾਂਦਾ ਹੈ, ਪਤਾ ਲੱਗ ਜਾਂਦਾ ਦਰਵਾਜ਼ੇ। ਦਰਅਸਲ ਜਦੋਂ ਦਰਵਾਜ਼ੇ ਦਾ ਪਤਾ ਲੱਗ ਜਾਂਦਾ ਹੈ ਨਾ, ਉਦੋਂ ਹੀ ਹਉਮੈ ਛੁੱਟਦੀ ਹੈ, ਜਾਂ ਇਉਂ ਕਹਿ ਸਕਦੇ ਹਾਂ ਜਿਹੜਾ ਦਰ ਤੇ ਪਹੁੰਚ ਜਾਂਦਾ ਹੈ। ਗੁਰੂ ਦੁਆਰੇ ਹੋਏ ਤਾਂ ਸੋਝੀ ਪਾਏ ਸੀ। ਉਹਨੂੰ ਸੋਝੀ ਮਿਲ ਜਾਂਦੀ ਹੈ ਜਿਹੜਾ ਦਰਵਾਜ਼ੇ ਤੇ, ਗੁਰੂ ਦੇ ਦਰਵਾਜ਼ੇ ਤੇ ਪਹੁੰਚ ਜਾਂਦਾ ਹੈ। ਤੇ ਹਉਮੈ ਬੂਝੈ ਤਾਂ ਦਰ ਸੂਝੈ। ਗਿਆਨ ਵਿਹੂਣਾ ਕਥ ਕਥ ਲੂਝੈ। ਗਿਆਨ ਵਿਹੂਣਾ, ਗਿਆਨ ਵਿਹੂਣੇ ਦਾ ਭਾਵ ਇਹ ਨਹੀਂ ਹੈ ਵੀ ਜਿਹਨੂੰ ਸਮਝ ਨਹੀਂ ਹੈ। ਗਿਆਨ ਵਿਹੂਣੇ ਦਾ ਭਾਵ ਇਹ ਹੈ ਵੀ ਜਿਹਨੇ ਹਉ ਦੁਆਰਾ ਸਮਝਣ ਦੀ ਕੋਸ਼ਿਸ਼ ਕੀਤੀ, ਜਿਹਨੇ ਕਿਹਾ ਵੀ ਮੈਂ ਸਮਝ ਕੇ ਰਹਿਣਾ ਹੈ, ਮੈਨੂੰ ਸਮਝ ਵਿੱਚ ਆ ਜਾਵੇ ਵੀ ਮੈਂ ਕੌਣ ਹਾਂ। ਹੁਣ ਮੈਂ ਹੀ ਮੈਂ ਦੁਆਰਾ ਕਿਵੇਂ ਸਮਝ ਆਊਗੀ? ਪਹਿਲਾਂ ਇਹ ਤੇ ਦੇਖੋ, ਮੈਂ ਦੁਆਰਾ ਮੈਂ ਨੂੰ ਕਿਵੇਂ ਸਮਝੂਗੀ? ਇਹ ਵੀ ਹੰਕਾਰ ਹੀ ਹੈ ਨਾ। ਤੇ ਸਮਝਣਾ ਨਹੀਂ ਹੈ, ਬੂਝੇ ਦਾ ਅਰਥ ਇਹ ਨਹੀਂ ਹੈ ਹਉ ਮੈਂ ਹਾਂ ਬੂਝੇ। ਪਹਿਲੀ ਗੱਲ ਤੇ ਇਹ ਹੈ ਵੀ ਅਗਰ ਤੁਸੀਂ ਆਮ ਸਧਾਰਨ ਲੋਕਾਂ ਦੇ ਵਿੱਚ ਕਹੋ ਵੀ ਮੈਂ ਆਪਣੇ ਆਪ ਨੂੰ ਜਾਣਦਾ ਹਾਂ, ਮੈਂ ਆਪਣੇ ਆਪ ਨੂੰ ਜਾਣਦੀ ਹਾਂ, ਤੇ ਲੋਕ ਕਹਿਣਗੇ ਕਿਹੜੀ ਵੱਡੀ ਗੱਲ ਹੈ, ਇਹ ਤੇ ਸਾਰੇ ਹੀ ਜਾਣਦੇ ਹਨ ਆਪਣੇ ਆਪ ਨੂੰ, ਮੈਂ ਕੌਣ ਹਾਂ, ਕਿੱਥੋਂ ਹਾਂ, ਕਿਵੇਂ ਹਾਂ। ਕਈ ਕਹਿੰਦੇ ਨਹੀਂ ਹਨ ਗੁੱਸੇ ਦੇ ਵਿੱਚ, ਤੂੰ ਜਾਣਦਾ ਨਹੀਂ ਮੈਂ ਕੌਣ ਹਾਂ, ਮੇਰੀ ਹਸਤੀ ਕੀ ਹੈ। ਤੇ ਆਪਾਂ ਦੂਸਰੇ ਨੂੰ ਜਣਾਉਂਦੇ ਹਾਂ ਮੈਂ ਕੌਣ ਹਾਂ। ਸੰਸਾਰੀ ਆਦਮੀ ਦੂਸਰੇ ਨੂੰ ਜਣਾਉਂਦਾ ਹੈ ਮੈਂ ਕੌਣ ਹਾਂ, ਪਰ ਧਾਰਮਿਕ ਆਦਮੀ ਜਿਹੜਾ ਹੈ ਨਾ, ਉਹ ਖੋਜਦਾ ਹੈ ਮੈਂ ਕੌਣ ਹਾਂ।
ਤੇ ਖੋਜ ਜਿਹੜੀ ਹੈ ਨਾ, ਮੈਂ ਕੌਣ ਹਾਂ, ਇਸ ਪੱਖ ਦੀ ਪੁਰਾਤਨ ਸਮੇਂ ਦੇ ਵਿੱਚ ਬਹੁਤ ਕਰਦੇ ਰਹੇ ਹਨ। ਐਸਾ ਨਹੀਂ ਵੀ ਨਹੀਂ ਕੀਤੀ ਹੈ। ਇਹ ਧਿਆਨ ਦਾ ਮਾਰਗ ਹੈ, ਗਿਆਨ ਦਾ ਮਾਰਗ ਹੈ। ਮੈਂ ਪਿੱਛੇ ਵੀ ਕਿਹਾ ਸੀ। ਪਰ ਮੈਂ ਕੌਣ ਹੈ ਖੋਜਣ ਵਾਸਤੇ ਵੀ ਪਰ ਤੂੰ ਧਿਆਨ ਹਟਾਉਣਾ ਪੈਂਦਾ ਹੈ, ਤੂੰ ਧਿਆਨ ਹਟਾਉਣਾ ਪੈਂਦਾ ਹੈ। ਤੇ ਹਟਾਉਂਦੇ ਹਟਾਉਂਦੇ ਫਿਰ ਮੈਂ ਕੌਣ ਹਾਂ ਇਸ ਖਿਆਲ ਤੋਂ ਵੀ ਧਿਆਨ ਹਟਾਉਣਾ ਪਵੇਗਾ, ਕਿਉਂਕਿ ਇਹ ਵੀ ਬੁੱਧੀ ਦਾ ਹੈ। ਬੁੱਧੀ ਤੋਂ ਪੈਦਾ ਹੋ ਰਿਹਾ ਹੈ, ਸਮਝਦਾ ਹੈ। ਜਦੋਂ ਮੈਂ ਤੁਹਾਡੀ ਸਮਝ ਦੇ ਨਾਲ ਜੁੜ ਗਈ, ਬੁੱਧੀ ਦੇ ਨਾਲ ਜੁੜ ਗਈ, ਤਾਂ ਸੀਮਤ ਹੋ ਗਈ ਨਾ, ਸਰੀਰ ਦੇ ਨਾਲ ਜੁੜ ਗਈ। ਸਰੀਰ ਨਾਲ ਜੁੜ ਕੇ ਤੁਸੀਂ ਸੋਚ ਰਹੇ ਹੋ ਮੈਂ ਕੌਣ ਹਾਂ, ਤੋ ਤੇ ਮਲੀਨ ਹੋ ਹੀ ਗਈ ਨਾ। ਮੈਂ ਸਰੀਰ ਨਾਲ ਜੁੜ ਕੇ ਮਲੀਨ ਹੋ ਗਈ, ਬੁੱਧੀ ਨਾਲ ਜੁੜ ਕੇ ਮਲੀਨ ਹੋ ਗਈ। ਤੋ ਮੈਂ ਭਾਵ ਦੁਆਰਾ ਥੋੜ੍ਹੀ ਸੋਚਿਆ ਜਾਵੇਗਾ। ਤੇ ਪਰ ਤੋਂ ਧਿਆਨ ਹਟਾਉਣਾ ਹੈ। ਜਦੋਂ ਪਰ ਤੋਂ ਟੋਟਲ ਧਿਆਨ ਹਟ ਜਾਂਦਾ ਹੈ ਨਾ, ਤੇ ਫਿਰ ਮੈਂ ਵੀ ਨਹੀਂ ਬਚਦਾ ਹੈ। ਪਰ ਮੈਂ ਪੈਦਾ ਕਿੱਥੋਂ ਹੁੰਦੀ ਹੈ? ਤੇ ਮੈਂ ਨੂੰ ਪੈਦਾ ਕਰਨ ਵਾਲਾ ਕੌਣ ਹੈ? ਅਗਰ ਮੈਂ ਦੁਆਰਾ ਦੁੱਖ ਹੀ ਪੈਦਾ ਹੁੰਦੇ ਹਨ, ਤੇ ਪਰਮਾਤਮਾ ਸੰਸਾਰ ਦੇ ਵਿੱਚ ਮੈਂ ਨੂੰ ਪੈਦਾ ਕਰਕੇ ਦੁਖੀ ਕਰ ਰਿਹਾ ਸੰਸਾਰ ਨੂੰ, ਆ ਵੀ ਸਵਾਲ ਪੈਦਾ ਹੋਵੇਗਾ। ਤੋ ਮੈਂ ਹਟਾ ਹੀ ਦੇਵੇ ਸਾਰਿਆਂ ਦੀ ਤੇ ਸੁਖੀ ਹੋ ਜਾ। ਪਰ ਇੱਥੇ ਬਹੁਤ ਗੱਲਾਂ ਸਮਝਣ ਯੋਗ ਹਨ। ਪਹਿਲੀ ਤਾਂ ਗੱਲ ਇਹ ਹੈ ਜੋ ਇਸ ਪੰਕਤੀ ਦੇ ਵਿੱਚ ਕਹੀ ਗਈ ਹੈ ਵੀ ਹਉਮੈ ਇਹੋ ਹੁਕਮ ਹੈ, ਪਾਇਐ ਕਿਰਤ ਫਿਰਾਹਿ। ਸਵਾਲ ਸੀ ਵੀ ਹਉਮੈ ਕਿੱਥੋਂ ਉਪਜੈ, ਕਿਤ ਸੰਜਮ ਦੁੱਖ ਜਾਏ, ਇਹ ਕਿੱਥੋਂ ਪੈਦਾ ਹੁੰਦੀ ਹੈ? ਤੇ ਥੱਲੇ ਉੱਤਰ ਹੈ ਹਉਮੈ ਇਹੋ ਹੁਕਮ ਹੈ। ਮੈਂ ਹਾਂ, ਤੇ ਜਿਹਦੇ ਅੰਦਰ ਮੈਂ ਹਾਂ ਨਾ, ਉਹਨੂੰ ਇਹੋ ਹੀ ਹੁਕਮ ਹੈ ਕਿ ਪੈ ਕਿਰਤ ਫਿਰਾਹਿ। ਤੁਸੀਂ ਕਿਰਤ ਦੇ ਵਿੱਚ ਪਏ ਰਹੋ ਜਿੰਨਾ ਚਿਰ ਹਉ ਹੈ। ਪੈ ਕਿਰਤ ਫਿਰਾਹਿ, ਫਿਰਦੇ ਰਹੋ, ਕਿਰਤ ਦੇ ਵਿੱਚ ਚੱਲਦੇ ਰਹੋ, ਕਿਰਤ ਕਰਦੇ ਰਹੋ। ਤੇ ਜਿਹਦੇ ਅੰਦਰ ਮੈਂ ਹੈ, ਹਉ ਹੈ, ਉਹ ਹੀ ਸੰਸਾਰ ਦੇ ਵਿੱਚ ਕਿਰਤ ਕਰਦਾ ਹੈ। ਸੰਸਾਰ ਦਾ ਵਿਕਾਸ ਉਹ ਹੀ ਕਰਦਾ ਹੈ ਜਿਹੜਾ ਕਿਰਤ ਕਰਦਾ ਹੈ, ਜਿਹੜਾ ਕੰਮ ਕਰਦਾ ਹੈ। ਤੇ ਕੰਮ ਕੌਣ ਕਰਦਾ ਹੈ? ਜਿਹੜਾ ਸੰਸਾਰ ਬਾਰੇ ਸੋਚਦਾ ਹੈ। ਅਗਰ ਹਉ ਨਾ ਹੋਵੇ, ਮੈਂ ਨਾ ਹੋਵੇ, ਤੇ ਸੰਸਾਰ ਦੇ ਵਿੱਚ ਵਿਕਾਸ ਨਹੀਂ ਹੋ ਸਕਦਾ। ਜਿਹਦੇ ਕੋਲ ਜਿੰਨੀ ਮੈਂ ਛੋਟੀ ਹੁੰਦੀ ਹੈ, ਓਨਾ ਘੱਟ ਸੋਚ ਪਾਉਂਦਾ ਹੈ। ਜਿਵੇਂ ਪਸ਼ੂ ਪੰਛੀ ਹਨ, ਤਾਂ ਉਹਨਾਂ ਨੇ ਬਹੁਤਾ ਵਿਕਾਸ ਨਹੀਂ ਕੀਤਾ ਹੈ, ਕਿਉਂਕਿ ਮੈਂ ਬਹੁਤ ਛੋਟੀ ਹੈ, ਸੀਮਤ ਹੈ। ਹੋਂਦ ਤੇ ਉਹਨਾਂ ਦੀ ਵੀ ਹੈ ਨਾ, ਅਲੱਗਾ ਹੋਂਦ, ਤੇ ਉਹ ਵੀ ਸੋਚਦੇ ਹੀ ਹਨ, ਤਦੇ ਲੜਦੇ ਵੀ ਹਨ ਇੱਕ ਦੂਸਰੇ ਤੋਂ। ਤੇ ਪਸ਼ੂਆਂ ਦੀ ਵੀ ਹੋਂਦ ਜਿਹੜੀ ਹੈ ਜੁਦਾ ਹੋਈ ਹੈ। ਮੈਂ ਤੇ ਹੈ ਉਹਨਾਂ ਅੰਦਰ, ਪਰ ਸੀਮਤ ਹੈ। ਤੇ ਜਿੰਨੀ ਸੀਮਤ ਹੋਊਗੀ ਮੈਂ, ਉਹਨਾਂ ਦੁੱਖ ਵੀ ਘੱਟ ਹੋਵੇਗਾ। ਹੁਣ ਪਸ਼ੂ ਹਾਰ ਜਾਵੇ ਲੜਦਾ ਹੋਇਆ ਤਾਂ ਇੰਨਾ ਦੁੱਖ ਨਹੀਂ ਹੁੰਦਾ ਹੈ ਪਸ਼ੂ ਨੂੰ, ਪਰੇ ਚਲੇ ਜਾਂਦਾ ਹੈ, ਜੀਣ ਲੱਗ ਜਾਂਦਾ ਹੈ। ਪਰ ਆਦਮੀ ਹਾਰ ਜਾਵੇ
ਤੇ ਬੜਾ ਦੁਖੀ ਹੁੰਦਾ ਹੈ, ਕਿਉਂਕਿ ਜਿੰਨੀ ਜ਼ਿਆਦਾ ਮੈਂ ਬੜੀ ਹੋਵੇਗੀ ਓਨਾ ਜ਼ਿਆਦਾ ਦੁੱਖ ਵੀ ਹੋਵੇਗਾ ਹਾਰਨ ਦਾ। ਤੇ ਮੈਂ ਦੁਆਰਾ ਦੁੱਖ ਪੈਦਾ ਹੋ ਰਿਹਾ ਹੈ ਨਾ। ਮੈਂ ਤੋਂ ਬਿਨਾਂ ਵਿਕਾਸ ਨਹੀਂ ਹੈ, ਖਿਆਲ ਵਿੱਚ ਰੱਖਿਓ। ਮੈਂ ਦੁਆਰਾ ਹੀ ਸੰਸਾਰ ਦੇ ਵਿੱਚ ਵਿਕਾਸ ਹੁੰਦਾ ਹੈ। ਹਉਮੈ ਇਹੋ ਹੁਕਮ ਹੈ ਪਏ ਖਿਰਤ ਫਿਰਾਏ। ਜਿਹਦੇ ਅੰਦਰ ਮੈਂ ਹੈ ਉਹ ਫਿਰ ਕਿਰਤ ਦੇ ਵਿੱਚ ਲੱਗਦਾ ਹੈ, ਕੰਮ ਦੇ ਵਿੱਚ ਲੱਗਦਾ ਹੈ, ਸੰਸਾਰ ਬਾਰੇ ਸੋਚਦਾ ਹੈ, ਵਿਚਾਰਦਾ ਹੈ। ਮੈਂ ਹੈ ਤੇ ਮੈਂ ਦੀ ਸੇਫਟੀ ਵਾਸਤੇ ਬਹੁਤ ਕੁਝ ਇਕੱਠਾ ਕਰਦਾ ਹੈ, ਮੈਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ, ਪਰਿਵਾਰ ਬਣਾਉਂਦਾ ਹੈ, ਸੰਬੰਧ ਬਣਾਉਂਦਾ ਹੈ, ਸਭ ਮੈਂ ਦੀ ਸੁਰੱਖਿਆ ਵਾਸਤੇ, ਹਿਫਾਜ਼ਤ ਵਾਸਤੇ ਤੋ ਸਭ ਕੁਝ ਕਰਦਾ ਹੈ। ਇਹਦੇ ਨਾਲ ਪਰਮਾਤਮਾ ਦਾ ਖੇਲ ਚੱਲਦਾ ਹੈ। ਇਹਨੂੰ ਹੀ ਮਾਇਆ ਕਿਹਾ ਹੈ। ਮੈਂ ਦੇ ਖਿਆਲ ਤੋਂ ਫਿਰ ਮਮਤਾ ਪੈਦਾ ਹੁੰਦੀ ਹੈ, ਮੋਹ ਪੈਦਾ ਹੁੰਦਾ ਹੈ ਕਿ ਮੈਂ ਹਾਂ ਤੇ ਆ ਮੇਰੇ ਆਪਣੇ ਹਨ। ਤੇ ਜਦੋਂ ਆਪਣਿਆਂ ਦਾ ਖਿਆਲ ਪੈਦਾ ਹੋਇਆ ਤੇ ਉਹਨੂੰ ਕਹਿ ਦਿੱਤਾ ਹੈ ਮਾਇਆ ਹੈ। ਮਾਇਆ ਮਮਤਾ ਮੋਹ। ਤੇ ਉਹ ਜਿਹੜੇ ਆਪਣੇ ਹਨ ਤੇ ਉਹਨਾਂ ਦਾ ਖਿਆਲ ਰੱਖਣਾ ਹੈ, ਆਪਣੇ ਵਾਸਤੇ ਜ਼ਰੂਰੀ ਹੈ। ਤੇ ਆਦਮੀ ਫਿਰ ਉਹਨਾਂ ਵਾਸਤੇ ਧਨ ਇਕੱਤਰ ਕਰਦਾ ਹੈ, ਉਹਨਾਂ ਨੂੰ ਖੁਸ਼ ਕਰਦਾ ਹੈ, ਪੈਸਾ ਕਮਾਉਂਦਾ ਹੈ, ਬਹੁਤ ਕੁਛ ਕਰਦਾ ਹੈ। ਮੈਂ ਦੀ ਪੂਰਤੀ ਵਾਸਤੇ ਹੀ ਕਰਦਾ ਹੈ। ਕਈ ਮੈਂ ਨੂੰ ਦਿਖਾਉਣ ਵਾਸਤੇ ਵੀ ਮੈਂ ਸ੍ਰੇਸ਼ਟ ਹਾਂ, ਮਹਾਨ ਹਾਂ, ਤੋ ਰਾਜਨੀਤੀ ਦੇ ਵਿੱਚ ਦੌੜਦੇ ਆ, ਭਾਵੇਂ ਧਾਰਮਿਕ ਲੋਕ ਵੀ ਹੋਣ। ਤੇ ਮੈਂ ਤੋਂ ਹੀ ਸਾਰਾ ਖੇਲ ਚੱਲਦਾ ਹੈ, ਮੈਂ ਦੇ ਖਿਆਲ ਤੋਂ ਹੀ ਚੱਲਦਾ ਹੈ। ਇਹ ਖੇਲ ਪਰਮਾਤਮਾ ਦਾ ਜਿਹੜਾ ਸੰਸਾਰ ਬਣਾਇਆ ਹੋਇਆ ਹੈ। ਪਰ ਇਹ ਜਿਹੜੀ ਮੈਂ ਹੈ ਨਾ, ਹੈ ਤੇ ਬਹੁਤ ਵੱਡਾ ਰੋਗ। ਹਉਮੈ ਦੀਰਘ ਰੋਗ ਹੈ, ਪਰ ਕਹਿੰਦੇ ਇਹਦਾ ਇਲਾਜ ਵੀ ਹੈਗਾ। ਦਾਰੂ ਪੀ ਸਮਾਹੀ, ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਏ। ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼ ਇਹਦੀ ਦਵਾ ਹੈ ਤੇ ਬਹੁਤ ਵੱਡਾ ਰੋਗ। ਤੇ ਦੇਖ ਲਓ, ਸ਼ਬਦ ਸੁਣ ਕੇ ਹੀ ਰੋਗ ਮੁਕਤ ਹੋ ਰਹੇ ਹਨ। ਸ਼ਬਦ ਸੁਣ ਕੇ ਹੀ ਰੋਗ ਤੋਂ ਮੁਕਤ ਹੋਇਆ ਜਾ ਸਕਦਾ ਹੈ, ਪਰ ਸੁਣਨ ਦਾ ਢੰਗ ਹੋਣਾ ਚਾਹੀਦਾ ਹੈ ਨਾ। ਹਉਮੈ ਜਿਹੜੀ ਹੈ ਬਿਲਕੁਲ ਵਿਅਰਥ ਨਹੀਂ ਹੈ। ਜੇ ਹਉਮੈ ਨਾ ਹੋਵੇ ਤਾਂ ਸੰਸਾਰ ਦਾ ਖੇਲ ਨਾ ਚੱਲੇ। ਅਡਰੀ ਹੋਂਦ ਨਾ ਹੋਊਗੀ ਤੇ ਸਾਰਾ ਕੁਝ ਕਿਵੇਂ ਚੱਲੇਗਾ? ਕੋਈ ਗਰੀਬ ਹੋਊਗਾ, ਕੋਈ ਅਮੀਰ ਹੋਊਗਾ। ਪਰ ਇਹ ਇਉਂ ਹੀ ਹੈ ਜਿਵੇਂ ਆਪਾਂ ਕਹਿ ਲਈਏ ਵੀ ਛੋਟੇ ਬੱਚੇ ਨੂੰ ਆਪਾਂ
ਸਕੂਲ ਦੇ ਵਿੱਚ ਭੇਜਦੇ ਹਾਂ ਤੇ ਸਾਰੀਆਂ ਜਮਾਤਾਂ ਪੜ੍ਹ ਕੇ ਤੋਂ ਵਾਪਸ ਆ ਜਾਂਦਾ ਹੈ ਘਰ ਵੀ ਜਾਣ ਲਿਆ, ਪੜ੍ਹ ਲਿਆ। ਇੱਦਾਂ ਹੀ ਸੰਸਾਰ ਹੈ। ਸੰਸਾਰ ਨੂੰ ਜਾਣਨ ਵਾਸਤੇ, ਸਮਝਣ ਵਾਸਤੇ ਹਉ ਦਾ ਖਿਆਲ, ਮੈਂ ਦਾ ਖਿਆਲ ਪੈਦਾ ਹੋ ਜਾਂਦਾ ਹੈ ਬੱਚੇ ਨੂੰ ਵੀ ਜਾਣਨਾ ਹੈ। ਇੱਕ ਜਾਣਨ ਦੀ ਇੱਛਾ ਹੁੰਦੀ ਹੈ, ਚਾਹਤ ਹੁੰਦੀ। ਤੇ ਜਿਹੜਾ ਜਾਣ ਲੈਂਦਾ ਹੈ ਸੰਸਾਰ ਨੂੰ ਚੰਗੀ ਤਰ੍ਹਾਂ ਵੀ ਦੇਖ ਲਿਆ, ਪਰਖ ਲਿਆ, ਕੱਢ ਲਿਆ ਨਿਚੋੜ, ਤੇ ਨਿਕਲਿਆ ਕਿ ਵਿੱਚੋਂ ਦੁੱਖ ਹੀ ਦੁੱਖ, ਪਰੇਸ਼ਾਨੀਆਂ ਹੀ। ਫਿਰ ਉਹ ਸੰਸਾਰ ਨੂੰ ਛੱਡ ਦਿੰਦਾ ਹੈ ਵੀ ਹੁਣ ਇਹਦੇ ਬਾਰੇ ਬਹੁਤਾ ਨਹੀਂ ਸੋਚਣਾ ਹੈ, ਬਹੁਤਾ ਨਹੀਂ ਜਾਣਨਾ ਹੈ, ਵੀ ਦੇਖ ਲਿਆ ਮੈਂ ਜਾਣ ਕੇ। ਤੇ ਉਹ ਫਿਰ ਵਾਪਸ ਮੁੜਦਾ ਹੈ ਆਪਣੇ ਘਰ ਨੂੰ। ਉਹ ਫਿਰ ਹਉਮੈ ਨੂੰ ਨਹੀਂ ਛੱਡਦਾ ਹੈ। ਹਉਮੈ ਜਿਸ ਕਾਰਨ ਪੈਦਾ ਹੁੰਦੀ ਹੈ ਨਾ, ਪਹਿਲਾਂ ਉਹ ਛੱਡਦਾ ਹੈ। ਪਰ ਕਾਰਨ ਮੈਂ ਪੈਦਾ ਹੁੰਦੀ ਹੈ। ਹੁਣ ਜਿਹੜੇ ਸਿਮਰਨ ਕਰਦੇ ਹਨ, ਚਿੰਤਨ ਕਰਦੇ ਹਨ, ਅਭਿਆਸ ਕਰਦੇ ਹਨ, ਉਹ ਵੀ ਮੈਂ ਨੂੰ ਵਧਾਈ ਜਾਂਦੇ ਹਨ, ਪਰ ਨੂੰ ਨਹੀਂ ਛੱਡਦੇ ਹਨ। ਤੇ ਪਰ ਨੂੰ ਜਿਹੜਾ ਛੱਡਦਾ ਹੈ ਨਾ, ਪਰ ਵੱਲੋਂ ਧਿਆਨ ਹਟਾਉਂਦਾ ਹੈ, ਉਹਦੀ ਮੈਂ ਵੀ ਮਿਟਦੀ ਹੈ। ਜਿੰਨਾ ਮੇਰਾ ਘੱਟ ਹੋਵੇਗਾ ਉਨੀ ਹੀ ਮੈਂ ਛੋਟੀ ਹੁੰਦੀ ਜਾਂਦੀ। ਅਗਰ ਮੇਰਾ ਕੁਝ ਵੀ ਨਹੀਂ ਹੈ ਤੇ ਫਿਰ ਮੈਂ ਕਿੱਥੇ। ਤੇ ਮੇਰੇ ਤੋਂ ਧਿਆਨ ਹਟਾਓ, ਮੈਂ ਨੂੰ ਨਾ ਸਮਝੋ। ਮੈਂ ਨੂੰ ਤੁਸੀਂ ਸਮਝ ਨਹੀਂ ਸਕਦੇ। ਮੈਂ ਦੁਬਾਰਾ ਸਿਰਫ ਪਰ ਤੋਂ ਧਿਆਨ ਹਟਾ ਦਿਓ ਤੇ ਤੁਹਾਨੂੰ ਪਤਾ ਲੱਗੇਗਾ